20 में बनाया माल है। 20 तो में आप जब यहाँ पे मुआयना किया गया था आपको क्या बोला गया था उस बोला गया था पैसे गवर्नमेंट डालेगी और ये 6500 रुपए डाला हमारे साथ। मजाक एक मजाक किया हमारे साथ। मतलब आपको लगता है कि 6500 रुपये में ये काम हो पाएगा? 6500 की भैया ट्राली नहीं आती है। घर है जो सामने है, इसका टूटा हुआ है, इन्होंने एक पैसा भी नहीं दिया। कोई इन लोगों को तो चलो 500 मिला, हमें वो भी नहीं मिला है। मुआयना आपसी साइंस टीवी देख रहे ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰਪਾਲ ਸਿੰਘ। 7 ਮਈ ਤੋਂ ਲੈ ਕਰਕੇ 9 ਮਈ ਤੱਕ ਦਾ ਜਿਹੜਾ ਦਿਨ ਸਨ ਇਹ ਜੰਮੂ ਦੇ ਲੋਕੀ ਨਹੀਂ ਭੁੱਲ ਸਕਦੇ, ਕਿਉਂਕਿ ਆਪਰੇਸ਼ਨ ਸਿੰਦੂਰ ਤੋਂ ਠੀਕ ਬਾਅਦ 7 ਮਈ 8 ਮਈ ਅਤੇ 9 ਮਈ ਨੂੰ ਜੋ ਪਾਕਿਸਤਾਨ ਵੱਲੋਂ ਡਰੋਨ ਹਮਲੇ ਕੀਤੇ ਗਏ, ਖਾਸ ਕਰਕੇ ਮੈਂ ਜੰਮੂ ਦੀ ਗੱਲ ਕਰਾਂ, ਜੰਮੂ ਦੇ ਉੱਤੇ ਤਾਂ ਉਹਨਾਂ ਹਮਲਿਆਂ ਦੇ ਵਿੱਚ ਦੇਖਿਆ ਗਿਆ ਕਿ ਕਾਫੀ ਜਗ੍ਹਾ ਤੇ ਉਹਨਾਂ ਹਮਲਿਆਂ ਦਾ ਅਸਰ ਵੀ ਹੋਇਆ। ਪਰ ਭਾਰਤੀ 에ਅਰ ਡਿਫੈਂਸ ਸਿਸਟਮ ਦੇ ਜਿਹੜੇ ਚੱਲਦੇ, ਅਗਰ ਭਾਰਤੀ 에ਅਰ ਡਿਫੈਂਸ ਸਿਸਟਮ ਕੰਮ ਨਾ ਕਰਦਾ, ਸਮੇਂ ਸਿਰ ਰਹਿੰਦੇ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਲੇਕਿਨ ਦਾਦ ਦੇਣੀ ਪਵੇਗੀ ਭਾਰਤੀ 에ਅਰ ਡਿਫੈਂਸ ਸਿਸਟਮ ਦੀ ਕਿ ਜਿਸ ਨੇ ਬਹੁਤ ਸਾਰੇ ਡਰੋਨ ਹਮਲੇ ਅਤੇ ਹੋਰ ਵੀ ਹਮਲੇ ਜਿਹੜੇ ਸੀਗੇ ਉਹਨਾਂ ਨੂੰ ਨਾਕਾਮ ਕੀਤਾ। ਲੇਕਿਨ ਕਈ ਜਗ੍ਹਾ ਦੇ ਵਿੱਚ ਉਹਨਾਂ ਡਰੋਨ ਹਮਲਿਆਂ ਦੇ ਵਿੱਚ ਨੁਕਸਾਨ ਵੀ ਹੋਏ। ਇਸੇ ਤਰ੍ਹਾਂ ਹੀ ਜੇ ਦੇਖਿਆ ਜਾਵੇ ਤਾਂ ਜੰਮੂ ਦੇ ਰਿਹਾੜੀ ਇਲਾਕੇ ਦੇ ਵਿੱਚ ਵੀ ਇੱਕ ਜਗ੍ਹਾ ਤੇ ਇਹ ਬਹੁਤ ਵੱਡਾ ਨੁਕਸਾਨ ਹੋਇਆ ਸੀ। ਕੁਝ ਘਰਾਂ ਦੇ ਉੱਪਰ ਇਹ ਜੋ ਡਰੋਨ ਨੂੰ ਜਦੋਂ ਢਾਇਆ ਗਿਆ ਤਾਂ ਉਹ ਮਲਬਾ ਜਾਂ ਉਹ ਜੋ ਵੀ ਸਿਸਟਮ ਸਮਾਨ ਸੀਗਾ ਉਹਦੇ ਉੱਤੇ ਡਿੱਗਿਆ ਔਰ ਉਸ ਘਰ ਦਾ ਵੀ ਅਤੇ ਨਾਲ ਦੇ ਘਰਾਂ ਦਾ ਵੀ ਬਹੁਤ ਸਾਰਾ ਨੁਕਸਾਨ ਹੋਇਆ। ਜੰਮੂ ਦੇ ਹੋਰ ਵੀ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਸਾਰਾ ਨੁਕਸਾਨ ਦੇਖਣ ਨੂੰ ਮਿਲਿਆ। ਵੈਸੇ ਤਾਂ ਇਹਨਾਂ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਟੈਨਸ਼ਨ ਚੱਲ ਰਹੀ ਸੀ। ਖਾਸ ਕਰਕੇ ਜੇ ਦੇਖਿਆ ਜਾਵੇ ਤਾਂ ਪੁੰਛ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਪਾਕਿਸਤਾਨ ਵੱਲੋਂ ਬਹੁਤ ਵੱਡੇ ਗੋਲਾਬਾਰੀ ਜਿਹੜੀ ਕੀਤੀ ਗਈ ਔਰ ਪੁੰਛ ਸਿਟੀ ਨੂੰ ਖਾਸ ਕਰਕੇ ਨਿਸ਼ਾਨਾ ਬਣਾਇਆ ਗਿਆ ਔਰ ਕਾਫੀ ਕੈਜੁਅਲਟੀਜ਼ ਵੀ ਹੋਈਆਂ। LG ਮਨੋਜ ਸਿਨਹਾ ਨੇ ਉੱਥੇ ਜਾ ਕੇ ਇਹ ਅਨਾਉਂਸ ਵੀ ਕੀਤਾ ਕਿ ਕੈਜੁਅਲਟੀਜ਼ ਵਾਲਿਆਂ ਨੂੰ ਸਰਕਾਰ ਵੱਲੋਂ ਜੋ ਹੈ ਸੈਂਟਰ ਵੱਲੋਂ 10 ਲੱਖ ਅਤੇ ਸਟੇਟ ਵੱਲੋਂ ਸ਼ਾਇਦ ਜਿਹੜਾ ਹੈ ਉਹ 6 ਲੱਖ ਰੁਪਈਆ ਕੈਜੁਅਲਟੀ ਵਾਲਿਆਂ ਨੂੰ ਦਿੱਤਾ ਜਾਵੇਗਾ। ਲੇਕਿਨ ਡੈਮੇਜ ਜਿਨ੍ਹਾਂ ਦੇ ਘਰ-ਬਾਰ ਹੋਏ, ਜਿਨ੍ਹਾਂ ਦੀਆਂ ਬਿਲਡਿੰਗਾਂ ਖਰਾਬ ਹੋਈਆਂ, ਜਿਨ੍ਹਾਂ ਦੀਆਂ ਗੱਡੀਆਂ ਤੱਕ ਟੁੱਟ ਗਈਆਂ, ਉਹਨਾਂ ਦੇ ਲਈ ਹਜੇ ਸਰਵੇ ਹੋਇਆ ਹੈ। ਖੈਰ ਇਹ ਜਦੋਂ ਲਿਸਟ ਫਾਈਨਲ ਨਿਕਲੇਗੀ ਤਾਂ ਪਤਾ ਚੱਲੇਗਾ ਕਿ ਡੈਮੇਜ ਵਾਲਿਆਂ ਨੂੰ ਕਿੰਨੇ ਪੈਸੇ ਜਿਹੜੇ ਨੇ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਟੁੱਟ ਗਈਆਂ, ਜਿਨ੍ਹਾਂ ਦੇ ਘਰਾਂ ਦੇ ਬਹੁਤ ਵੱਡੇ ਨੁਕਸਾਨ ਹੋਏ, ਕਈਆਂ ਦੇ ਛੋਟੇ ਨੁਕਸਾਨ ਹੋਏ, ਕਈਆਂ ਦੇ ਬਹੁਤ ਵੱਡੇ ਹੋਏ। ਇਸੇ ਤਰੀਕੇ ਦੇ ਨਾਲ ਮੈਂ ਰਿਹਾੜੀ ਦੀ ਗੱਲ ਕਰ ਰਿਹਾ। ਰਿਹਾੜੀ ਦੇ ਵਿੱਚ ਵੀ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਸੀ ਔਰ ਇੱਕ ਘਰ ਦਾ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਸੀ। ਪਰ ਹੈਰਾਨਗੀ ਦੀ ਗੱਲ ਉਸ ਵੇਲੇ ਸਾਹਮਣੇ ਆਈ ਜਦੋਂ ਉਹਨਾਂ ਘਰਾਂ ਨੂੰ, ਉਹਨਾਂ ਲੋਕਾਂ ਨੂੰ ਮੁਆਵਜ਼ੇ ਦੇ ਵਜੋਂ 6500, 6000 ਜਾਂ 6500 ਦੇ ਵਿੱਚ ਦੀ ਰਕਮ ਉਹਨਾਂ ਨੂੰ ਮਿਲੀ। ਤਾਂ ਉਹਨਾਂ ਲੋਕਾਂ ਨੇ ਕਿਹਾ ਕਿ ਇਹ ਸਰਕਾਰ ਜਿਹੜੀ ਹੈ ਇਹ ਸਾਡੇ ਨਾਲ ਮਜ਼ਾਕ ਕਰ ਰਹੀ ਹੈ। ਔਰ ਵਾਕਈ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇੱਕ ਜਿਹੜਾ ਵਿਕਟਿਮ ਸੀਗਾ ਜਿਹਦਾ ਘਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ, ਉਸਨੇ ਦੱਸਿਆ ਵੀ ਹੈ ਕਿ 6500 ਰੁਪਏ ਜਾਂ 6500 ਰੁਪਏ ਦੀ ਤਾਂ ਅੱਜ ਕੱਲ੍ਹ ਰੇਤ ਬਜਰੀ ਦੀ ਟਰਾਲੀ ਵੀ ਨਹੀਂ ਆਉਂਦੀ। ਤਾਂ ਉਹ ਲੱਖਾਂ ਰੁਪਏ ਦਾ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਹੈ ਉਹ ਉਸ ਨੂੰ ਕਿਸ ਤਰੀਕੇ ਦੇ ਨਾਲ ਉਹਦੀ ਭਰਪਾਈ ਕਰਨਗੇ। ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ 6500 ਰੁਪਏ ਦੇ ਨਾਲ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਸਾਰਾ ਜਿਹੜਾ ਹੈ ਕੰਮ ਇਹਨਾਂ ਦੇ ਮਕਾਨਾਂ ਦਾ ਹੋ ਸਕਦਾ ਹੈ ਤਾਂ ਤੁਸੀਂ ਇਹ 6500 ਵਾਪਸ ਲੈ ਲਓ ਤੇ ਸਾਡਾ ਜਿਹੜਾ ਕੰਮ ਹੈ ਸਾਡੇ ਘਰਾਂ ਦਾ ਉਸ ਨੂੰ ਕਰਵਾ ਕੇ ਦੇ ਦਿਓ। ਵੈਸੇ ਦੇਖਿਆ ਜਾਏ ਤਾਂ ਕਾਫੀ ਲੋਕਾਂ ਦੇ ਲੈਂਟਰ ਤੱਕ ਜਿਹੜੇ ਨੇ, ਛੱਤ ਜਿਹੜੇ ਨੇ ਉਹ ਕਰੈਕ ਹੋ ਚੁੱਕੇ ਨੇ, ਮੋਰੇ ਹੋ ਚੁੱਕੇ ਨੇ ਉਹਨਾਂ ਨੂੰ, ਔਰ ਕਈਆਂ ਦੇ ਅੰਦਰ ਤੱਕ ਨੁਕਸਾਨ ਹੋਇਆ, ਕਈਆਂ ਦੇ ਖਿੜਕੀਆਂ ਦਰਵਾਜ਼ੇ ਉਖੜ ਗਏ, ਕਈਆਂ ਦੀਆਂ ਗੱਡੀਆਂ ਤੱਕ ਡੈਮੇਜ ਹੋਈਆਂ। ਪਰ ਇੰਸ਼ੋਰੈਂਸ ਵੱਲ ਨੂੰ ਜੇਕਰ ਜਾਈਏ, ਭਾਵੇਂ ਤੁਸੀਂ ਘਰ ਦਾ ਇੰਸ਼ੋਰੈਂਸ ਕਰਵਾਇਆ ਹੋਵੇ, ਭਾਵੇਂ ਗੱਡੀਆਂ ਦਾ ਇੰਸ਼ੋਰੈਂਸ ਕਰਵਾਇਆ ਹੋਵੇ, ਭਾਵੇਂ ਕਿਸੇ ਵੀ ਤਰੀਕੇ ਦਾ ਇੰਸ਼ੋਰੈਂਸ, ਲੇਕਿਨ
ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਇੱਕ ਐਸਾ ਐਕਟ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜੰਗ ਦੇ ਵਿੱਚ ਜਾਂ ਡਿਜ਼ਾਸਟਰ ਦੇ ਵਿੱਚ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਤੁਹਾਨੂੰ ਇੰਸ਼ੋਰੈਂਸ ਨਹੀਂ ਮਿਲਦਾ, ਯਾਨੀ ਕਿ ਉਹਨਾਂ ਨੇ ਵੀ ਆਪਣੇ ਹੱਥ ਜਿਹੜੇ ਨੇ ਉਹ ਖੜੇ ਕੀਤੇ ਹੋਏ ਨੇ। ਪਰ ਹੁਣ ਜਿਹੜਾ ਇਹ ਮਜ਼ਾਕ ਕਰਕੇ ਸਰਕਾਰ ਨੇ ਜਿਹੜਾ ਇਹਨਾਂ ਲੋਕਾਂ ਦਾ ਦਿਲ ਦੁਖਾਇਆ ਹੈ, ਤਾਂ ਮੈਨੂੰ ਲੱਗਦਾ ਹੈ ਕਿ ਜੇ ਕਿਤੇ ਇਹ ਹਜੇ ਵਾਰ ਲਾਈਕ ਸਿਚੁਏਸ਼ਨ ਸੀ, ਜੇ ਕਿਤੇ ਵਾਰ ਹੋ ਗਈ ਹੁੰਦੀ ਜਾਂ ਬਹੁਤ ਵੱਡੇ ਵੱਡੇ ਨੁਕਸਾਨ ਹੋ ਗਏ ਹੁੰਦੇ ਜਾਂ ਕਿਤੇ 에ਅਰ ਡਿਫੈਂਸ ਸਿਸਟਮ ਜਿਹੜਾ ਭਾਰਤ ਦਾ ਤਕੜਾ ਨਾ ਹੁੰਦਾ, ਉਹ ਨਾ ਰੋਕਦਾ ਇਹਨਾਂ ਹਮਲਿਆਂ ਨੂੰ, ਤਾਂ ਫਿਰ ਸਰਕਾਰ ਨੇ ਕਿਹਨੂੰ ਤਾਂ ਕਿੰਨੇ ਪੈਸੇ ਦੇਣੇ ਸੀ। ਜਿਹੜੀ ਹੁਣ ਹੀ ਸਿਰਫ 2-4-5 ਜਗ੍ਹਾ ਦੇ ਵਿੱਚ ਹੀ 6500 ਰੁਪਇਆ ਦੇਣ ਨੂੰ ਫਿਰਦੀ ਹੈ। ਤਾਂ ਸਰਕਾਰ ਨੂੰ ਵੀ ਜਿਹੜਾ ਹੈ ਇਹ ਸੋਚਣਾ ਪਵੇਗਾ ਔਰ ਸੈਂਟਰ ਸਰਕਾਰ ਨੂੰ ਵੀ ਸੋਚਣਾ ਪਵੇਗਾ ਕਿ ਇਹੋ ਜਿਹੇ ਹਮਲਿਆਂ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਨੁਕਸਾਨ ਹੋਏ ਨੇ, ਜਿਨ੍ਹਾਂ ਲੋਕਾਂ ਨੇ ਆਪਣਾ ਮਕਾਨ ਤੱਕ ਜਿਨ੍ਹਾਂ ਦੇ ਟੁੱਟ ਗਏ ਨੇ, ਹੋਰ ਬਹੁਤ ਸਾਰੇ ਮਾਲੀ ਨੁਕਸਾਨ ਹੋਏ ਨੇ, ਉਹਨਾਂ ਨੂੰ ਕਮ ਸੇ ਕਮ ਬਣਦਾ ਮੁਆਵਜ਼ਾ ਜਿਹੜਾ ਹੈ ਉਹ ਜ਼ਰੂਰ ਦੇਣਾ ਚਾਹੀਦਾ। ਰਿਹਾੜੀ ਦੇ ਕੁਝ ਲੋਕਾਂ ਦੇ ਜਿਹੜੇ ਬਾਈਟਸ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਔਰ ਦੇਖੋ ਉਹਨਾਂ ਲੋਕਾਂ ਨੇ ਸਰਕਾਰ ਨੂੰ की। ये देखो लेंटर हमारा, ये देखो हमारा शर्ट नीचे आ गया, टैंकी फट गई है ऊपर, ये देखो मार्बल फट गया। 6500 से हमारा क्या बनेगा बताओ? एक ट्राली नहीं आती है 6500 की, आती है ट्राली? आप बताओ, ट्राली नहीं आती है। हम यही गवर्नमेंट से बोलते हैं हाथ जोड़ के, ये 500 रुपया वापस ले लो, हमें काम करवा दो बस और कुछ नहीं। हमारा काम करा दो, थैंक यू सर। बोला गया था पैसे गवर्नमेंट डालेगी और ये 6500 रुपया डाला हमारे साथ, मजाक किया हमारे साथ बस। आपको लगता है कि 6500 रुपए में ये काम हो पाएगा? 6500 की भैया ट्राली नहीं आती है, सोचे 500 में ये हो जाएगा, ट्राली नहीं आती है। आपको क्या लगता है तकरीबन कितना खर्चा होगा आपके मकान का? देखो 2 लाख 2 लाख खर्चा है इसका, देख लो आप, मेजरमेंट ये भैया की है, देखो ना आए थे उन्होंने मेजरमेंट की है। 6500 रुपया हम कहाँ रखेंगे? एक भैया ट्राली नहीं आती है 6500 की आजकल बजरी की, तो कैसे काम चलाएंगे? आजकल राशन नहीं आता। हम यही बोलते हैं कि हमारा काम करवा दो, गवर्नमेंट से यही हाथ जोड़ते हैं, हमारा काम करवा दो, हमें पैसे नहीं चाहिए आपके, काम करवा दो। मैंने घर नहीं देखा, दोनों गैलरियां और दोनों कमरों के दो। यानी कि आपको जो पेंशन होता वो भी नहीं मिला? ना एक ऐसा ही नहीं मिला, मेरा नाम ही नहीं है। कोई नुकसान हुआ है? नुकसान 2 गैलरियां के शीशे और 2 है, तो टंकी ऊपर छत से इधर से निकला शरा दूसरे से बाहर। टोटल कितने घर हैं जिनको अभी कंपनसेशन मिला? कितने घर हैं टोटल जिनको पैसा मिला अभी तक? पता नहीं है, 6-7 घर है तो मेरे 6-7 घर है जो सामने है, इसका टूटा हुआ है, इन्होंने एक पैसा भी नहीं दिया। कोई इन लोगों को तो चलो 500 मिला, हमें वो भी नहीं मिला है। मुआयना करने आया था? मुआयना करने सारे आए थे। जो हमारे एडिशनल DCC अनसुईया जवाल, अच्छा, वो मेरे को हॉस्पिटल में भी मिलने आई थी। मेरे को इंजरी हुई थी, मेरी बेटी को इंजरी हुई थी, मेरे को बोल गई थी कि आपका घर का हमने देख लिया है, तो आप हम आपका घर का वो दे देंगे। आपकी रकम इसमें गवर्नमेंट की रिस्पॉन्सिबिलिटी बनती है कि वो लोगों को रिलीफ फंड में पैसा दे। जैसे श्रीनगर में आपको याद होगा कि आज से 10-12 साल पहले बाढ़ आई थी, तो उनको रिलीफ का पैसा मिला था, वैसे ही लोगों को भी वैसे एक्ट ऑफ वॉर में रिलीफ का पैसा दिया जाए। मजाक है, अगर ये एक पहली इंस्टॉलमेंट है वेल एंड गुड, अगर नहीं है तो फिर इन लोगों से बहुत बड़ा मजाक किया गया गवर्नमेंट ने। हम CM साहब से भी कहते हैं कि अगर आप वहाँ पे उसी टाइम पहुंचे थे तो अपने फंड से ही अनाउंस करते हैं कि मैं उन लोगों के लिए अपने फंड से ही पैसा दे रहा हूँ। उन्होंने एक शब्द नहीं यहाँ आके बोला। इस टाइम रिस्पॉन्सिबिलिटी बनती है हमारे CM उर्दुल्ला की LG, और किसी की रिस्पॉन्सिबिलिटी नहीं बनती। इवन कि हमारे सारे जो JKUT के जितने लीडर सभी आए थे, अगर वैसे ही पैसे देने होते सारे अपने अपने जेब से थोड़ा डाल देते, वैसे ही बैठ वैसे ही कर देते। बट जो हमारे CM साहब और LG साहब, इनकी रिस्पॉन्सिबिलिटी बनती है इनको उनका पैसा मुहैया कराया। बट ये जो हमारी डिजास्टर मैनेजमेंट है उसका फर्ज है पैसा देना। 65, मैं आपको ये दूँ 6500 में क्या होता है, 5000 की एक पानी का टैंक भी नहीं आता। इवन के हमारे भाइयों ने बोला कि एक रेते बजरी का जो गाड़ी मंगाते हैं वो नहीं आती। तो जिन लोगों का 15-20 लाख का नुकसान है वो कैसे पूरा करेंगे? ये तो वो लोग तो बेचारे कह रहे हैं हम तो पैसा ये भी मत लीजिए, खुद आइए खुद ही हमारा काम करवा के